ਅੱਜ NKN TV ਦੇ ਦਫ਼ਤਰ ਦੇ ਵਿੱਚ ਪਹੁੰਚੇ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਜਨਰਲ ਸੈਕਟਰੀ ਪ੍ਰਿਤਪਾਲ ਬਜਾਜ ਉਹਨਾਂ ਨਾਲ ਆਪਾਂ ਕਿਸਾਨੀ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਵੱਖ-ਵੱਖ ਮੁੱਦਿਆਂ ਤੇ ਅੱਜ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਬਜਾਜ ਸਾਹਿਬ। बहुत बहुत धन्यवाद भनोट साहब, तुसीं सानूं मौका दिता। मैं सारे NKN TV ਦੇ ਦਰਸ਼ਕਾਂ ਨੂੰ ਤੇ NKN TV ਨੂੰ ਵੀ ਵਧਾਈ ਦਿੰਦਾ। ਤੁਸੀਂ ਬਹੁਤ ਵਧੀਆ ਮੁੱਦੇ ਚੱਕਦੇ ਹੋ ਸਮਾਜ ਦੇ ਤੇ ਮੈਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਵੀ ਕਹਿੰਦਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਜਾਜ ਸਾਹਿਬ, ਕਰੀਬ 4-5 ਦਿਨ ਤੋਂ ਪਹਿਲਾਂ BJP ਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ 9 ਮਾਸ ਦਾ ਰਿਸ਼ਤਾ ਬੜਾ ਪੁਰਾਣਾ ਚੱਲਿਆ ਆ ਰਿਹਾ ਹੈ। ਹੁਣ ਇਹ 9 ਮਾਸ ਦਾ ਰਿਸ਼ਤਾ ਜਿਹੜਾ ਟੁੱਟ ਗਿਆ, ਇਹਦਾ ਅੰਦਰੂਨੀ ਕਾਰਨ ਕੀ ਹੈ? ਦੇਖੋ ਜੀ, ਇਹ ਸਾਡਾ 30 ਸਾਲ ਤੋਂ ਪੁਰਾਣਾ ਰਿਸ਼ਤਾ ਚੱਲਾ ਆ ਰਿਹਾ ਸੀ ਔਰ ਸਾਡੇ ਲਈ ਬੜੀ ਮੰਦਭਾਗੀ ਗੱਲ ਹੈ। ਅਸੀਂ ਇਹਨੂੰ ਬਹੁਤ ਮੰਦਭਾਗਾ ਮੰਨਦੇ ਹਾਂ ਵੀ ਜਿਹੜਾ ਇਹ ਸਾਡਾ ਰਿਸ਼ਤਾ ਟੁੱਟਿਆ, ਕਿਉਂਕਿ ਇਹ ਸਿਰਫ ਪੋਲੀਟੀਕਲ ਰਿਸ਼ਤਾ ਹੀ ਨਹੀਂ ਸੀ, ਇੱਕ ਸਮਾਜਿਕ ਰਿਸ਼ਤਾ ਵੀ ਆ, ਭਾਈਚਾਰਕ ਸਾਂਝ ਵੀ ਸੀ, ਹੈਗੀ ਵੀ ਆ, ਉਹ ਰਹਿਣੀ ਵੀ ਆ। ਪਰ ਅਸੀਂ ਇਹ ਰਿਸ਼ਤਾ ਨਹੀਂ ਤੋੜਿਆ। ਅਸੀਂ ਹਰ ਹਾਲਤ ਦੇ ਵਿੱਚ ਸਦਾ ਹੀ ਇਹ ਰਿਸ਼ਤਾ ਨਿਭਾਇਆ, ਕਿਉਂਕਿ ਤੁਸੀਂ 2017 ਦੀਆਂ ਇਲੈਕਸ਼ਨਸ ਦੇਖ ਲਓ, ਉਸ ਤੋਂ ਪਹਿਲਾਂ ਦੇਖ ਲਓ, ਅਸੀਂ ਹਮੇਸ਼ਾ ਹੀ ਛੋਟੇ ਭਾਈ ਦੀ ਤਰ੍ਹਾਂ ਟਰੀਟ ਹੋਏ ਹਾਂ ਔਰ ਇਹ ਵੱਡੇ ਭਾਈ ਸਾਡੇ ਨਾਲ ਹਰ ਵੇਲੇ ਰਹੇ ਆ। ਪਤਾ ਨਹੀਂ ਇਹਨਾਂ ਦੀ ਆਪਣੀ ਰਾਜਨੀਤੀ ਹੋਏਗੀ, ਆਪਣਾ ਸਿਸਟਮ ਹੋਏਗਾ, ਆਪਣੀ ਪੋਲਿਟਿਕਸ ਨੂੰ ਦੇਖਦੇ ਹੋਏ ਵੱਖ ਹੋਏ ਆ। ਇਸ ਵੇਲੇ ਆ ਜਿਹੜਾ ਹੁਣ ਦੌਰ ਚੱਲ ਰਿਹਾ, ਜਿਹੜੇ BJP ਨੇ ਸੈਂਟਰ ਸਰਕਾਰ ਦੇ ਵਿੱਚ ਕਿਸਾਨਾਂ ਦੇ ਹਿੱਤ, BJP ਦੇ ਕਹਿਣ ਮੁਤਾਬਕ ਕਿਸਾਨਾਂ ਦੇ ਹਿੱਤ ਦੇ ਵਿੱਚ 3 ਆਰਡੀਨੈਂਸ ਪਾਸ ਕੀਤੇ ਆ, ਉਹਦੇ ਵਿੱਚ ਕਿਸਾਨ BJP ਤੋਂ ਲੋਹ ਲਾਖੇ ਕਿਉਂ ਹੋਏ ਆ? ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਮੋਦੀ ਸਰਕਾਰ ਹੈ ਉਹ ਸ਼ੁਰੂ ਤੋਂ ਹੀ ਕਿਸਾਨਾਂ ਤੇ ਗਰੀਬਾਂ ਦੇ ਹਿੱਤ 'ਚ ਰਹੀ ਹੈ ਔਰ ਮੋਦੀ ਸਾਹਿਬ ਨੇ ਹਮੇਸ਼ਾ ਹੀ ਕਿਸਾਨਾਂ ਲਈ, ਗਰੀਬਾਂ ਲਈ ਕੰਮ ਕੀਤਾ ਔਰ ਕਿਸਾਨ ਸਾਡੇ ਇਸ ਦੇਸ਼ ਦੇ ਅੰਨਦਾਤਾ ਹੈ। ਸਾਡੀ ਸਭ ਤੋਂ ਵੱਧ ਇਕਨੋਮੀ 'ਚ ਜੇ ਕੋਈ ਹਿੱਸਾ ਪਾਉਂਦਾ ਕਿਸਾਨ ਪਾਉਂਦੇ ਆ। ਕਿਸਾਨ ਸਾਡੇ ਲਈ ਰੱਬ ਹੈ ਔਰ ਕੋਈ ਵੀ ਗੌਰਮੈਂਟ ਔਰ ਸਪੈਸ਼ਲੀ ਮੋਦੀ ਗੌਰਮੈਂਟ ਆਪਣਾ ਇਹ ਰਿਸਕ ਨਹੀਂ ਲੈ ਸਕਦੀ ਵੀ ਅਸੀਂ ਕਿਸਾਨਾਂ ਦਾ ਹਿੱਤ ਨਾ ਕਰੀਏ। ਅਸੀਂ ਹਮੇਸ਼ਾ ਹੀ ਉਹਨਾਂ ਦਾ ਹਿੱਤ ਚਾਹਿਆ। ਜਿਵੇਂ ਕਿ ਤੁਸੀਂ ਦੇਖੋ, ਸਭ ਤੋਂ ਪਹਿਲਾਂ ਕ੍ਰੈਡਿਟ ਕਾਰਡ ਇਸ਼ੂ ਕੀਤੇ, ਫਸਲ ਬੀਮਾ ਇਸ਼ੂ ਕੀਤਾ ਔਰ ਬਗੈਰ ਮੰਗਿਓ ਕਿਸਾਨਾਂ ਦੇ 6-6 ਹਜ਼ਾਰ ਰੁਪਏ ਉਹਨਾਂ ਦੇ ਖਾਤੇ 'ਚ ਆਇਆ। BJP ਕਿਸ ਤਰ੍ਹਾਂ ਕਿਸਾਨਾਂ ਦਾ ਹਿੱਤ ਕਰ ਸਕਦੀ ਹੈ? BJP ਹਮੇਸ਼ਾ ਹੀ ਕਿਸਾਨਾਂ ਦੇ ਹਿੱਤ 'ਚ ਹੈ ਔਰ ਰਹੇਗੀ। ਕਿਸਾਨ ਆਰਡੀਨੈਂਸ ਨੂੰ ਲੈ ਕੇ BJP ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਨਾਕਾਮ ਰਹੀ ਜਾਂ ਫਿਰ ਪਿੱਛੇ ਦੀ BJP ਨੇ ਕਿਸਾਨਾਂ ਦੇ ਢਿੱਡ ਦੇ ਵਿੱਚ ਛੁਰਾ ਮਾਰਿਆ? ਦੇਖੋ ਜੀ, ਇਹ ਜਿਹੜੀ ਸਭ ਚੱਲ ਰਿਹਾ ਨਾ, ਇਹ ਸਭ ਪੋਲੀਟੀਕਲ ਗੇਮ ਚੱਲ ਰਹੀ ਹੈ। ਇਹਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਜ਼ ਆ, ਸਪੈਸ਼ਲੀ ਕਾਂਗਰਸ ਔਰ ਆਮ ਆਦਮੀ ਪਾਰਟੀ, ਇਹ ਲੋਕਾਂ ਨੂੰ, ਕਿਸਾਨ ਵੀਰਾਂ ਨੂੰ ਗੁੰਮਰਾਹ ਕਰ ਰਹੀਆਂ। ਇਹੀ ਆਰਡੀਨੈਂਸ 2014 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਸੀ, 2014 ਤੋਂ ਪਹਿਲਾਂ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਉਹ ਲੈ ਕੇ ਆਏ ਸੀ ਔਰ 2019 ਦੇ ਮੈਨੀਫੈਸਟੋ ਦੇ ਵਿੱਚ ਕਾਂਗਰਸ ਦੇ ਇਹ ਆਰਡੀਨੈਂਸ ਸਾਰਾ ਸੀਗਾ। ਹੁਣ ਸਿਰਫ ਪੋਲੀਟੀਕਲ ਮਾਈਲੇਜ ਲੈਣ ਲਈ ਗੁੰਮਰਾਹ ਕੀਤਾ ਜਾ ਰਿਹਾ ਕਿਸਾਨਾਂ ਨੂੰ ਔਰ ਫਿਰ ਵੀ ਮੈਂ ਯਕੀਨ ਦਿਵਾਉਂਦੇ ਹਾਂ ਵੀ ਜੇ ਕੋਈ ਖਦਸ਼ੇ ਕਿਸਾਨਾਂ ਦੇ ਹੋਣਗੇ, ਉਹ BJP ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਮਿਲ ਕੇ ਦੂਰ ਜ਼ਰੂਰ ਕਰੇਗੀ। ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ, ਇਹ ਤਿੰਨੇ ਹੀ ਆਰਡੀਨੈਂਸ ਜਿਹੜੇ ਆ ਇਹ ਲਗਭਗ ਉਹਦੇ ਨਾਲ ਮੇਲ ਖਾਂਦੇ ਆ, ਫਿਰ ਵੀ BJP ਉਹਨਾਂ ਨੂੰ ਸਮਝਾਉਣ ਦੇ ਵਿੱਚ ਨਾਕਾਮ ਕਿਉਂ ਆ? ਹੁਣ ਦੇਖਣ ਦੇ ਵਿੱਚ ਆਇਆ 2-3 ਦਿਨ ਤੋਂ ਕਿ BJP ਦੇ ਪੰਜਾਬ ਦੇ ਜਿਹੜੇ ਉੱਚ ਚੋਟੀ ਦੇ ਲੀਡਰ ਹੈ, ਉਹ ਪਾਰਟੀਆਂ ਦੇ ਲੀਡਰਾਂ ਨੂੰ ਛੱਡ ਕੇ, ਬਾਕੀ ਪਾਰਟੀਆਂ ਲੀਡਰਾਂ ਨੂੰ ਛੱਡ ਕੇ ਜਾਂ ਲੀਡਰਾਂ ਨੂੰ ਛੱਡ ਕੇ ਉਹ ਡਾਇਰੈਕਟ ਕਿਸਾਨਾਂ ਦੇ ਵਿੱਚ ਜਾ ਰਹੀ ਹੈ, ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਕਿਸਾਨ ਉਸ ਵੇਲੇ ਕੋਈ ਉਹਨਾਂ ਤੇ ਹਮਲਾ ਵੀ ਕਰ ਸਕਦੇ ਆ, ਉਹਨਾਂ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਲੀਡਰਾਂ ਨੂੰ। ਉਹ ਕਿਉਂ ਇਸ ਵੇਲੇ ਇਸ ਪਲੇਟਫਾਰਮ ਤੇ ਆਪਣੀ ਜਾਨ ਨੂੰ ਤਲੀ ਦੇ ਉੱਤੇ ਧਰ ਕੇ ਕਿਸਾਨਾਂ ਦੇ ਵਿੱਚ ਜਾ ਰਹੇ ਆ? ਦੇਖੋ, ਜਿਹੜੇ ਕਿਸਾਨ ਵੀਰ ਆ, ਇਹ ਤਾਂ ਸਾਨੂੰ ਪੱਕਾ ਯਕੀਨ ਆ ਕਿ ਇਹੋ ਜਿਹਾ ਕਦਮ ਕਦੀ ਨਹੀਂ ਉਠਾਉਣਗੇ ਔਰ ਦੂਸਰੀ ਗੱਲ, ਜਿਹੜੀ ਇਹ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪੋਲੀਟੀਕਲ ਪਾਰਟੀਆਂ ਵੱਲੋਂ, ਮੇਰੀ ਬੇਨਤੀ ਹੈ ਕਿਸਾਨ ਵੀਰਾਂ ਨੂੰ ਕਿ ਉਹ ਬਿੱਲ ਨੂੰ ਸਮਝਣ। ਉਸ ਬਿੱਲ ਦੇ ਵਿੱਚ ਕੁਝ ਵੀ ਚੀਜ਼ ਇਹੋ ਜਿਹੀ, ਇੱਕ ਵੀ ਚੀਜ਼ ਇਹੋ ਜਿਹੀ ਨਹੀਂ ਲਿਖੀ ਜਿਹੜੀ ਕਿਸਾਨਾਂ ਦੇ ਵਿਰੁੱਧ ਹੈ। MSP ਆ,
ਉਹ ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ, ਕ੍ਰਿਸ਼ੀ ਮੰਤਰੀ ਜੀ ਨੇ ਵੀ ਕਿਹਾ ਕਿ ਉਹ ਹਮੇਸ਼ਾ ਹੀ ਰਹੇਗੀ ਔਰ ਕੋਈ ਵੀ ਗਵਰਨਮੈਂਟ ਉਹਨੂੰ ਤੋੜ ਨਹੀਂ ਸਕਦੀ, ਕਿਉਂਕਿ MSP ਇਹ ਰਹਿਣੀ ਆ। ਔਰ ਮੈਂ ਆੜ੍ਹਤੀ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਵੀ ਕੋਈ ਖਤਰਾ ਨਹੀਂ ਆ। MSP ਹਮੇਸ਼ਾ ਰਹੀ ਆ ਔਰ ਅੱਗੇ ਵੀ ਰਹੇਗੀ। ਇਹ ਸਰਕਾਰ ਨੇ ਕਹਿਤਾ ਜਦ ਤੱਕ BJP ਦੀ ਗਵਰਨਮੈਂਟ ਹੈ MSP ਕਿਤੇ ਨਹੀਂ ਜਾਏਗੀ। ਔਰ ਜਿੱਥੋਂ ਤੱਕ ਸਵਾਮੀਨਾਥਨ ਰਿਪੋਰਟ ਦਾ ਮਕਸਦ ਆ, ਉਹਦੇ ਵਿੱਚ ਡਾਕਟਰ ਸਵਾਮੀਨਾਥਨ ਨੇ ਖੁਦ ਕਿਹਾ ਵੀ ਜਿਹੜੀ ਇਹ ਗਵਰਨਮੈਂਟ ਦੇ ਬਿੱਲ ਹੈ ਇਹ ਸਹੀ ਦਿਸ਼ਾ 'ਚ ਜਾ ਰਹੇ ਆ। ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਹੋ ਰਹੀ? ਇਹ ਵਾਇਆ ਹੌਲੀ ਹੌਲੀ ਜਿਹੜੀ ਆ ਇਹ ਗਵਰਨਮੈਂਟ ਇਹਨੂੰ ਲਾਗੂ ਕਰ ਰਹੀ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਬਹੁਤ ਵਧੀਆ ਸਿਸਟਮ ਚੱਲੇਗਾ। ਕੰਟਰੈਕਟ ਫਾਰਮਿੰਗ ਜਿਹੜੀ ਆ ਉਹ ਅੱਗੇ ਵੀ ਪੰਜਾਬ 'ਚ ਚੱਲ ਰਹੀ ਹੈ ਕਈ ਜਗ੍ਹਾ ਤੇ, ਹਰਿਆਣੇ 'ਚ ਚੱਲ ਰਹੀ ਹੈ ਕਈ ਜਗ੍ਹਾ ਤੇ, ਔਰ ਸਫਲਤਾਪੂਰਵਕ ਚੱਲ ਰਹੀ ਆ। ਔਰ ਜਿੱਥੋਂ ਤੱਕ ਕਿਸਾਨਾਂ ਨੂੰ ਸਮਝਾਉਣ ਦੀ ਗੱਲ ਆ, ਕਿਸਾਨ ਸਾਡੇ ਵੀਰ ਆ, ਵੱਡੇ ਭਰਾ ਆ, ਅਸੀਂ ਉਹਨਾਂ ਦੇ ਵਿੱਚ ਜਾਵਾਂਗੇ। ਇਸ ਵੇਲੇ ਜ਼ਰੂਰ ਮਾਹੌਲ ਉਹਨਾਂ ਨੇ ਲੱਗਦਾ ਵੀ ਗਰਮ ਹੈ, ਪਰ ਅਸੀਂ ਫਿਰ ਵੀ ਉਹਨਾਂ ਦੇ ਵਿੱਚ ਜਾਵਾਂਗੇ। ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ, ਕਿਸਾਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਉਹਨਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸਾਡੀ 8 ਮੈਂਬਰੀ ਕਮੇਟੀ ਜਿਹੜੀ ਆ ਪੰਜਾਬ ਭਾਜਪਾ ਨੇ ਬਣਾਈ ਆ ਡਾਕਟਰ ਸੁਰਜੀਤ ਕੁਮਾਰ ਜਿਆਣੀ ਜੀ ਦੇ ਨੇਤਰਤਵ ਦੇ ਵਿੱਚ। ਉਹ 31 ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਮਿਲ ਰਹੇ ਆ ਔਰ ਜਲਦੀ ਹੀ ਮੈਨੂੰ ਲੱਗਦਾ ਕੋਈ ਨਾ ਕੋਈ ਹੱਲ ਨਿਕਲ ਆਏ। ਇੱਕ ਇਸੇ ਵਿਸ਼ੇ ਦੇ ਉੱਤੇ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ ਕਿ ਜੋ ਆ ਮਸਲਾ ਕਿਸਾਨੀ ਦਾ ਭਖ ਰਿਹਾ, ਇਹਨੂੰ ਜਿਹੜੀ ਆ ਵੱਖਵਾਦੀ ਤਾਕਤਾਂ ਜਿਵੇਂ ਕਿ ISI ਉਹ ਇਹਦਾ ਲਾਹਾ ਲੈ ਸਕਦੀ ਹੈ। ਇਹਦਾ ਕੀ ਕਾਰਨ ਹੈ? ਇਹ ਬਿਆਨ ਦੇਣ ਦਾ ਕੀ ਕਾਰਨ ਹੈ? ਦੇਖੋ, ਮੇਰੇ ਹਿਸਾਬ ਦੇ ਨਾਲ ਇਹ ਬਹੁਤ ਮੰਦਭਾਗਾ ਬਿਆਨ ਹੈ। ਇੱਕ ਸੰਵਿਧਾਨਕ ਅਹੁਦੇ ਤੇ ਬੈਠ ਕੇ ਸਾਡੇ ਚੀਫ ਮਿਨਿਸਟਰ ਸਾਹਿਬ ਐਡਾ ਵੱਡੀ ਗੱਲ ਕਹਿ ਰਹੇ ਆ ਕਿ ISI ਨੌਜਵਾਨਾਂ ਨੂੰ ਭੜਕਾ ਸਕਦੀ ਹੈ, ਪੰਜਾਬ ਫਿਰ ਪੁਰਾਣੀਆਂ ਲੀਹਾਂ ਤੇ ਚੱਲ ਸਕਦਾ ਹੈ। ਅਸੀਂ ਬਹੁਤ ਸੰਤਾਪ ਭੋਗਿਆ ਹੈ, ਬੜੀਆਂ ਸ਼ਹਾਦਤਾਂ ਹੋਈਆਂ ਪੰਜਾਬ ਦੇ ਵਿੱਚ, ਅਸੀਂ ਉਹ ਦੌਰ ਦੁਬਾਰਾ ਨਹੀਂ ਲਿਆਉਣਾ ਚਾਹੁੰਦੇ। ਔਰ ਬੇਨਤੀ ਹੈ ਚੀਫ ਮਿਨਿਸਟਰ ਸਾਹਿਬ ਨੂੰ ਕਿ ਲਾਅ ਐਂਡ ਆਰਡਰ ਉਹਨਾਂ ਦੀ ਅੰਡਰ ਆਉਂਦਾ ਹੈ ਔਰ ਇਹੋ ਜਿਹੇ ਬਿਆਨ ਮੈਨੂੰ ਲੱਗਦਾ ਇੱਕ ਚੀਫ ਮਿਨਿਸਟਰ ਨੂੰ ਦੇਣੇ ਨਹੀਂ ਚਾਹੀਦੇ ਜਿਨ੍ਹਾਂ ਕੋਈ ਸ਼ਾਂਤੀ ਭੰਗ ਹੋਣ ਦਾ ਖਤਰਾ ਹੋ। NDA ਵਿੱਚੋਂ ਸ਼੍ਰੋਮਣੀ ਅਕਾਲੀ ਦਲ ਹਲੇ ਉੱਥੇ ਹੀ ਹੈ। ਉਹਨਾਂ ਨੇ ਅਸਤੀਫਾ ਜਿਹੜਾ ਦਿੱਤਾ ਉਹ ਸਰਕਾਰ ਤੋਂ ਦਿੱਤਾ। ਸ਼੍ਰੋਮਣੀ ਅਕਾਲੀ ਦਲ NDA ਦਾ ਹਿੱਸਾ ਹਲੇ ਤੱਕ ਕਿਉਂ ਆ, ਜੇ ਮਤਲਬ ਕਿਸਾਨਾਂ ਦੇ ਹਿੱਤ ਉਹਨਾਂ ਨੂੰ ਪਿਆਰੇ ਆ? ਇਹ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਦੱਸ ਸਕਦਾ ਜੀ ਵੀ ਉਹ ਕਿਉਂ ਆ। ਜਦੋਂ ਉਹਨਾਂ ਨੇ BJP ਨਾਲੋਂ ਨਾਤਾ ਹੀ ਤੋੜ ਲਿਆ, ਮੇਰੇ ਹਿਸਾਬ ਨਾਲ ਤਾਂ ਹੁਣ NDA ਦਾ ਹਿੱਸਾ ਨਹੀਂ ਰਹਿ ਗਿਆ ਉਹ। ਨਹੀਂ, ਅਕਾਲੀ ਦਲ ਦੇ ਜਿਹੜੇ ਆ ਲੀਡਰ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਕਿ NDA ਦਾ ਹਿੱਸਾ ਅਸੀਂ ਹਲੇ ਤੱਕ ਹੈ, ਅਸੀਂ ਨਾਤਾ BJP ਨਾਲੋਂ ਤੋੜਿਆ। BJP ਤੋਂ ਬਗੈਰ NDA ਦਾ ਹਿੱਸਾ ਹੋਰ ਕਿਹੜੀਆਂ ਪਾਰਟੀਆਂ ਰਹਿ ਗਈਆਂ? BJP ਮੇਨ ਪਾਰਟੀ ਹੈ, BJP ਇਹ NDA ਦਾ ਧੁਰਾ, ਬਾਕੀ ਪਾਰਟੀਆਂ ਉਹਦੇ ਨਾਲ ਹੈ। ਜਦ BJP ਦੇ ਨਾਲ ਹੀ ਅਕਾਲੀ ਦਲ ਨਹੀਂ ਹੈ ਤਾਂ NDA ਦਾ ਹਿੱਸਾ ਕਿਵੇਂ ਹੋ ਸਕਦਾ? ਇਸ ਵੇਲੇ ਤੁਸੀਂ ਦੱਸ ਸਕਦੇ ਹੋ ਕਿ ਦੋਨੇ ਪਾਰਟੀਆਂ ਆਪਣੇ ਵੱਖ-ਵੱਖ ਰਾਹ ਅਪਣਾਉਣਗੀਆਂ ਪੰਜਾਬ ਵਿੱਚ? ਦੇਖੋ ਜੀ, ਇਸ ਵੇਲੇ ਤਾਂ ਇਹੀ ਲੱਗਦਾ ਕਿ ਦੋਨੋਂ ਪਾਰਟੀਆਂ ਵੱਖ-ਵੱਖ 117 ਸੀਟਾਂ ਤੇ ਲੜਨਗੀਆਂ। ਇਹ ਕਾਂਗਰਸ ਦੀ ਸਾਜ਼ਿਸ਼ ਸੀ। ਜੋ ਕਾਂਗਰਸ ਚਾਹੁੰਦੀ ਸੀ ਵੀ ਅਕਾਲੀ ਦਲ ਸਾਡੇ ਨਾਲੋਂ ਜੁਦਾ ਹੋਵੇ, ਉਹ ਇਸ ਵਿੱਚ ਸਫਲ ਹੋ ਗਏ ਤੇ ਅਕਾਲੀ ਦਲ ਉਹਨਾਂ ਦੀ ਚਾਲ ਦੇ ਵਿੱਚ ਫਸ ਗਿਆ। ਮੈਨੂੰ ਤਾਂ ਇਹ ਲੱਗਦਾ। ਤੁਸੀਂ ਕਿਸਾਨਾਂ ਨੂੰ, ਜ਼ਿਮੀਂਦਾਰਾਂ ਨੂੰ, ਮਜ਼ਦੂਰ ਵਰਗ ਨੂੰ ਇਸ TV ਦੇ ਮਾਧਿਅਮ ਦੇ ਰਾਹੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਮੇਰੇ ਕਿਸਾਨ ਭਰਾ, ਮਜ਼ਦੂਰ ਭਰਾ ਜਿੰਨੇ ਵੀ ਨੇ, BJP ਮੋਦੀ ਸਾਹਿਬ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ, ਉਹਨਾਂ ਦੇ ਹਿੱਤ ਦੇ ਵਿੱਚ ਆ। ਇਹ ਬਿੱਲ ਦੇ ਵਿੱਚ ਇੱਕ ਵੀ ਚੀਜ਼ ਕਿਸਾਨਾਂ ਦੇ ਵਿਰੁੱਧ ਨਹੀਂ ਹੈ। ਔਰ ਜੇ ਕੋਈ ਫਿਰ ਵੀ ਕਿਸਾਨ ਜਥੇਬੰਦੀਆਂ ਨੂੰ ਲੱਗਦਾ ਕਿ ਇਹ ਖਦਸ਼ਾ ਕੋਈ ਆ ਸਾਡੇ ਭਰਮ ਨੇ ਜਾਂ ਆ ਸਾਨੂੰ ਚਾਹੀਦੀਆਂ ਚੀਜ਼ਾਂ, ਉਹ ਸਾਡੀ 8 ਮੈਂਬਰੀ ਕਮੇਟੀ ਜਿਹੜੀ ਬਣੀ ਆ, ਅਸੀਂ ਉਹਨਾਂ ਨਾਲ ਤੁਹਾਨੂੰ ਮਿਲਾ ਸਕਦੇ ਹਾਂ। ਉਹਨਾਂ ਨੂੰ ਤੁਸੀਂ ਕਰਕੇ ਬਾਅਦ 'ਚ ਪ੍ਰਧਾਨ ਮੰਤਰੀ ਜੀ ਨਾਲ ਵੀ ਮੁਲਾਕਾਤ ਹੋ ਸਕਦੀ ਹੈ, ਕ੍ਰਿਸ਼ਨੀ ਮੰਤਰੀ ਜੀ ਨਾਲ ਹੋ ਸਕਦੀ ਹੈ, ਉਹਦਾ ਹੱਲ ਕੱਢਿਆ ਜਾ ਸਕਦਾ। ਕਿਉਂਕਿ ਕੰਮ ਜਿਹੜਾ ਹੋਣਾ ਉਹ ਟੇਬਲ ਤੇ ਬਹਿ ਕੇ ਹੋਣਾ, ਔਰ ਜਿਹੜੀ ਵੀ ਗੱਲਬਾਤ, ਜਿਹੜਾ ਵੀ ਮਸਲਾ ਹੱਲ ਹੋਣਾ ਉਹ ਟੇਬਲ ਤੇ ਬਹਿ ਕੇ ਹੋਣਾ। ਇਹਨਾਂ ਪਾਰਟੀਆਂ ਜਿਹੜੀਆਂ ਆ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਆਪ ਪਾਰਟੀ ਹੈ, ਚਾਹੇ ਕੋਈ ਹੋਰ ਪਾਰਟੀਆਂ ਆ, ਉਹਨਾਂ ਦੇ ਪ੍ਰਭਾਵ ਹੇਠ, ਗੁੰਮਰਾਹਕੁਨ ਪ੍ਰਚਾਰ ਦੇ ਹੇਠ ਆਉਣ ਦੀ ਲੋੜ ਨਹੀਂ। ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ 60 ਸਾਲ ਕਾਂਗਰਸ ਨੇ ਇਸ ਦੇਸ਼ 'ਚ ਰਾਜ ਕੀਤਾ ਔਰ 60 ਸਾਲ ਤੋਂ ਕਿਸਾਨ ਦੀ ਹਾਲਤ ਦੇਖ ਲਓ ਕੀ ਆ, ਦੁਰਦਸ਼ਾ ਕਿੰਨੀ ਹੋਈ ਆ। ਆਪਾਂ ਅੱਜ ਤਾਂ ਇਹ ਨਹੀਂ ਕਦੀ ਕਿਹਾ ਵੀ ਕਿਸਾਨ ਖੁਸ਼ਹਾਲ ਹੋ ਗਿਆ।
ਆਪਾਂ ਇਹੀ ਕਹਿੰਦੇ ਆ ਵੀ ਕਿਸਾਨ ਜਿਹੜਾ ਥੱਲੇ ਨੂੰ ਜਾ ਰਿਹਾ, ਸਾਡੀਆਂ ਜ਼ਮੀਨਾਂ ਲੁੱਟ ਰਹੀਆਂ, ਕਰਜ਼ੇ 'ਚ ਆ ਰਹੇ ਆ, ਤੁਸੀਂ ਉਸ ਬਦਲ ਨੂੰ ਕਰਕੇ ਤਾਂ ਦੇਖੋ। ਬਹੁਤ ਜਗ੍ਹਾ ਇਹ ਬਹੁਤ ਸਫਲਤਾ ਨਾਲ ਚੱਲ ਰਿਹਾ। ਸੋ ਮੇਰੀ ਬੇਨਤੀ ਇਹੀ ਹੈ ਸਾਰੇ ਕਿਸਾਨ ਵੀਰਾਂ ਨੂੰ, ਕਿਸਾਨ ਭਰਾਵਾਂ ਨੂੰ, ਕਿ ਇੱਕ ਵਾਰ ਬਿੱਲ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਉਹਦੇ ਤੇ ਗੌਰ ਕਰੋ, ਔਰ ਫਿਰ ਵੀ ਜੇ ਤੁਹਾਡੇ ਕੋਲ ਡਾਊਟਸ ਨੇ ਉਹ ਕਲੀਅਰ ਕੀਤੇ ਜਾਣ। ਇੱਕ ਵਾਰ ਤੁਹਾਡਾ ਫਿਰ ਬਹੁਤ ਬਹੁਤ ਧੰਨਵਾਦ NKN TV ਦੇ ਆਫਿਸ ਆਉਣ ਤੇ। ਧੰਨਵਾਦ ਮਨੋਹਰ ਸਾਹਿਬ, ਤੁਹਾਡਾ ਬਹੁਤ ਬਹੁਤ, ਜਿਹੜੇ ਤੁਸੀਂ ਇਸ ਤਰ੍ਹਾਂ ਦੇ ਮੁੱਦੇ ਚੱਕਦੇ ਹੋ, ਸਾਨੂੰ ਟਾਈਮ ਦਿੱਤਾ ਔਰ ਸਾਡਾ ਵੀ ਪੱਖ ਕਿਸਾਨਾਂ ਦੇ ਵਿੱਚ ਰੱਖਿਆ। ਬਹੁਤ ਬਹੁਤ ਸ਼ੁਕਰੀਆ। ਧੰਨਵਾਦ।